ਧੰਨ ਵਾਹਿਗੁਰੂ ਜੀ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, हाड मास नाड़ी को पिंजर, पंखी बसै बिचारा। जल की भीत पवन का थंबा, रकत बूंद का गारा, हाड मास नाड़ी को पिंजर, पंखी बसै बेचारा। प्राणी क्या मेरा क्या तेरा, जैसे तरवर पंख बसेरा रहा। राखो कंद उसारो नीवा, साढ़े तीन हाथ तेरी सीवा। बंके बाड़ पाग सिर डेरी, एह तन होए गो पसम की ढेरी। ऊंचे मंदिर सुंदर नारी, राम नाम बिन बाजी हारी। मेरी जात कमीनी पात कमीनी, ओछा जन्म हमारा। तुम शरणागत राजा रामचंद, कह रविदास चमारा। मेरी जात कमीनी पात कमीनी, उषा जन्म हमारा। तुम शरणागत राजा रामचंद, कह रविदास चमारा। वाहिगुरु जी का खालसा, वाहिगुरु जी की फतेह। सतगुरु गुरु ग्रंथ साहिब महाराज जी दे पावन दरबार दियाँ हाज़रियाँ भर रहे गुरु सवारे सतसंगी जनों, अकाल पुरख वाहिगुरु जी ने बख्शिश की है। बड़े प्रेम अदब सहित आप जी ने सतगुरु की पावन बाणी दे पाठ, गुरबाणी दे कीर्तन गुरु सवारियां पासों श्रवण कीते हैं। सतगुरु की मेहर दे पात्र बन के आपां यतन कर रहे हाँ लड़ीवार भगत रविदास साहिब जी की उचारण की हुई पावन बाणी, हर एक शब्द नूं विचारण दा समझण दा। सोरठ राग की भगत बाणी दे विचों धन गुरु ग्रंथ साहिब महाराज दे अंक नंबर 659, इस पावन अंक दे उत्ते बाबा रविदास साहिब महाराज का जो मुबारक शब्द दर्ज है पाठ के रूप में आप जी ने हुणे ही श्रवण किया है। इस राग विच भगत जी दे कुल 7 शब्द दर्ज हैं।
5 ਸ਼ਬਦ ਆਪਾਂ ਪਹਿਲਾਂ ਵਿਚਾਰ ਲਏ ਹਨ। ਇਹ 6ਵਾਂ ਸ਼ਬਦ ਹੈ ਜਿਸ ਦਾ ਪਾਠ ਆਪ ਜੀ ਨੇ ਸੁਣਿਆ ਹੈ। ਮਨੁੱਖੀ ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਵਿਤਕਰੇਬਾਜ਼ੀਆਂ ਹਨ। ਕੁਝ ਵਿਤਕਰੇਬਾਜ਼ੀਆਂ ਐਸੀਆਂ ਹਨ ਜਿਹੜੀਆਂ ਅਸੀਂ ਜਨਮ ਨਾਲ ਜੋੜ ਰੱਖੀਆਂ ਹਨ। ਜਿਹੜਾ ਮਨੁੱਖ, ਕੋਈ ਮਨੁੱਖ ਕਿਸੇ ਕੁੱਲ ਵਿੱਚ ਪੈਦਾ ਹੋਇਆ ਤੇ ਉਸ ਨੂੰ ਜਨਮ ਸਿੱਧ ਹੀ ਅਸੀਂ ਉੱਚਾ ਮੰਨ ਲਿਆ ਵੀ ਇਸ ਖਾਨਦਾਨ ਵਿੱਚ, ਇਸ ਕੁੱਲ ਵਿੱਚ ਜਾਂ ਇਸ ਬਰਾਦਰੀ ਵਿੱਚ ਜਾਂ ਇਸ ਜਾਤ ਵਿੱਚ ਪੈਦਾ ਹੋਣ ਵਾਲਾ ਮਨੁੱਖ ਜਿਹੜਾ ਹੈ ਉਹ ਉੱਚਾ ਹੀ ਉੱਚਾ ਹੈ, ਭਾਵੇਂ ਉਹਦਾ ਕਰਮ ਕਿਹੋ ਜਿਹਾ ਵੀ ਹੋਵੇ। ਜਾਂ ਫਿਰ ਅਸੀਂ ਕਿਸੇ ਮਨੁੱਖ ਨੂੰ ਚਮੜੀ ਦੇ ਰੰਗ ਨਾਲ ਵੀ ਤੋਲ ਲਿਆ, ਇਸ ਦੀ ਚਮੜੀ ਦਾ ਰੰਗ ਯਾਨੀ ਕਿ ਨਸਲ ਜਿਹਨੂੰ ਆਪਾਂ ਕਹਿੰਦੇ ਵੀ ਇਸ ਨਸਲ ਵਿੱਚ ਪੈਦਾ ਹੋਇਆ ਹੈ, ਇਸ ਕਰਕੇ ਇਹ ਸਿਆਣਾ ਹੈ, ਇਹ ਦਾਨਾ ਹੈ, ਇਹ ਉੱਚਾ ਹੈ। ਸੰਸਾਰ ਦੇ ਲੋਕਾਂ ਨੇ ਕੁਝ ਹੋਰ ਚੀਜ਼ਾਂ ਨਾਲ ਵੀ ਊਚ ਨੀਚ ਦਾ ਭੇਦ ਭਾਵ ਜਿਹੜਾ ਹੈ ਉਹ ਕ੍ਰੀਏਟ ਕੀਤਾ ਤੇ ਉਹਨਾਂ ਨੂੰ ਸਿੰਬਲ ਵਜੋਂ ਵਰਤਿਆ। ਕਿਸੇ ਖਾਸ ਪਹਿਰਾਵੇ ਨੂੰ ਤਨ ਉੱਤੇ ਧਾਰਨ ਕਰ ਲੈਣਾ, ਕੋਈ ਖਾਸ ਜਿਹੜੀ ਵਿਆਪਕ ਬਹੁ ਗਿਣਤੀ ਦੀ ਭਾਸ਼ਾ ਹੋਵੇ, ਲੈਂਗੁਏਜ ਹੋਵੇ, ਬੋਲੀ ਹੋਵੇ, ਉਹਨੂੰ ਵੀ ਵਰਤ ਲੈਂਦੇ ਨੇ ਲੋਕ ਵੀ ਜਿਹੜਾ ਇਹ ਬੋਲੀ ਬੋਲਦਾ ਹੈ ਉਹ ਤਾਂ ਹੁੰਦਾ ਹੀ ਸਿਆਣਾ ਹੈ, ਉਹ ਤਾਂ ਹੁੰਦਾ ਹੀ ਦਾਨਾ ਹੈ। ਉਹ ਕਮਲਾ ਕਿਵੇਂ ਹੋ ਸਕਦਾ ਹੈ, ਉਹ ਬੇਵਕੂਫ ਕਿਵੇਂ ਹੋ ਸਕਦਾ ਹੈ। ਉਹ ਜਿਹੜਾ ਇੱਕ ਪ੍ਰਭਾਵ ਸਾਡੇ ਮਨਾਂ ਉੱਤੇ ਪੈ ਗਿਆ ਵੀ ਇਸ ਜਾਤ ਵਿੱਚ, ਇਸ ਨਸਲ ਵਿੱਚ, ਇਸ ਬਰਾਦਰੀ ਵਿੱਚ, ਇਸ ਕੁੱਲ ਵਿੱਚ, ਜਾਂ ਫਿਰ ਇਉਂ ਕਹਿ ਲਓ ਵੀ ਇਹ ਬਹੁ ਗਿਣਤੀ ਦੀ ਭਾਸ਼ਾ ਨਾਲ, ਬੋਲੀ ਨਾਲ ਸੰਬੰਧ ਰੱਖਣ ਵਾਲਾ ਬੰਦਾ ਜਾਂ ਬਹੁ ਗਿਣਤੀ ਨਾਲ ਸੰਬੰਧ ਰੱਖਣ ਵਾਲਾ ਬੰਦਾ ਇਹ ਗਲਤ ਨਹੀਂ ਹੋ ਸਕਦਾ। ਦੁਨੀਆ ਵਿੱਚ ਐਸੀਆਂ ਧਿਰਾਂ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹ ਦੂਜਿਆਂ ਨੂੰ ਨੀਵੇਂ ਗਰਦਾਨਦੇ ਵੀ ਜਿਹੜੀ ਸਾਡੀ ਕੁੱਲ ਹੈ ਇਹਦੇ ਤੋਂ ਬਿਨਾਂ ਜਿਹੜੀਆਂ ਦੂਜੀਆਂ ਕੁੱਲ ਨੇ, ਦੂਜੇ ਖਾਨਦਾਨ ਨੇ, ਦੂਜੀਆਂ ਨਸਲਾਂ ਨੇ, ਦੂਜੇ ਰੰਗ ਵਾਲੇ ਨੇ, ਦੂਜੀ ਭਾਸ਼ਾ ਵਾਲੇ, ਬੋਲੀ ਵਾਲੇ ਨੇ ਜਾਂ ਦੂਜੀ ਥਾਂ 'ਤੇ ਰਹਿਣ ਵਾਲੇ ਨੇ, ਉਹ ਨੀਵੇਂ ਹੁੰਦੇ। ਅਸੀਂ ਜਨਮ ਸਿੱਧ ਉੱਚੇ ਹੁੰਦੇ। ਤੇ ਇੱਕ ਹੋਰ ਅਸੀਂ ਫਰਕ ਪੈਦਾ ਕਰ ਲਿਆ ਸਮਾਜ ਵਿੱਚ, ਉਹ ਹੈ ਅਮੀਰੀ ਤੇ ਗਰੀਬੀ ਦਾ। ਕਿਸੇ ਕੋਲ ਦੌਲਤ ਵੱਧ ਹੋਣੀ, ਘੱਟ ਹੋਣੀ, ਇਹ ਕੋਈ ਮਸਲਾ ਨਹੀਂ, ਇਹ ਸਮਾਜਿਕ ਮਸਲੇ ਨੇ। ਪਰ ਇਹ ਕੋਈ ਵਿਤਕਰੇਬਾਜ਼ੀ ਦਾ ਮਸਲਾ ਨਹੀਂ ਬਣਦਾ, ਪਰ ਇਹ ਬਣ ਜਾਂਦਾ, ਬਣਾ ਲਿਆ ਮਨੁੱਖ ਨੇ ਵੀ ਜਿਹੜਾ ਦੌਲਤਮੰਦ ਹੋਵੇ ਨਾ, ਉਹਦੀ ਬੇਥਵੀ ਵੀ ਸਾਨੂੰ ਸਿਆਣੀ ਲੱਗਦੀ ਹੈ ਵੀ ਬਹੁਤ ਸਿਆਣੀ ਗੱਲ ਕਰ ਰਿਹਾ। ਇਸ ਕਰਕੇ ਅਸੀਂ ਮੁਹਾਵਰੇ ਕੱਢ ਲਏ ਨਾ, ਜਿਸ ਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ। ਵੀ ਉਹ ਬੇਵਕੂਫ ਵੀ ਹੋਵੇ ਤੇ ਉਹਨੂੰ ਗੌਰ ਨਾਲ ਸੁਣਿਆ ਜਾਂਦਾ, ਬੜੇ ਧਿਆਨ ਨਾਲ ਅਸੀਂ ਉਹਦੀ ਹਾਂ 'ਚ ਹਾਂ ਮਿਲਾਉਂਦੇ। ਸਾਨੂੰ ਪਤਾ ਹੁੰਦਾ ਵੀ ਇਹਦੇ ਪੱਲੇ ਕੱਖ ਨਹੀਂ, ਇਹਦੀ ਗੱਲ 'ਚ ਕੋਈ ਮਤਲਬ ਨਹੀਂ ਨਿਕਲਦਾ, ਪਰ ਉਸ ਦਾ ਅਸੀਂ ਝੂਠ, ਉਸ ਦਾ ਫਰੇਬ, ਉਸ ਦਾ ਪਖੰਡ, ਉਸ ਦੀ ਵਿਖਾਵੇਬਾਜ਼ੀ ਕੇਵਲ ਇਸ ਕਰਕੇ ਸੁਣ ਰਹੇ ਵੀ ਅਸੀਂ ਉਹਦੀ ਦੌਲਤ ਦਾ, ਉਹਦੇ ਵੱਡੇਪਨ ਦਾ ਪ੍ਰਭਾਵ ਕਬੂਲ ਕਰ ਲਿਆ। ਅਸੀਂ ਅੰਦਰੋਂ ਜਾਣਦੇ ਹਾਂ ਵੀ ਸੱਚ ਕੀ ਹੈ। ਤੇ ਜੇ ਕੋਈ ਗਰੀਬ ਭਾਵ ਜੇ ਹਮਾਤੜ ਬੰਦਾ ਜਿਹੜਾ ਕਿੰਨੀ ਵੀ ਦਾਨਾਈ ਦੀ ਗੱਲ ਕਰੇ, ਅਕਲ ਦੀ ਗੱਲ ਕਰੇ, ਸੋਝੀ ਦੀ ਗੱਲ ਕਰੇ, ਚੰਗੇ ਜੀਵਨ ਦਾ ਹੋਵੇ, ਅਸੀਂ ਉਹਨੂੰ ਕਹਿੰਦੇ ਤੈਨੂੰ ਬੋਲਣ ਦਾ ਕੀ ਹੱਕ ਹੈ, ਤੂੰ ਹੁੰਦਾ ਕੌਣ ਹੈ, ਤੇਰੀ ਔਕਾਤ ਕੀ ਹੈ। ਅਸੀਂ ਉਹਨੂੰ ਇਹ ਸ਼ਬਦ ਹੋਰ, ਤੇਰੀ ਔਕਾਤ ਕੀ ਹੈ। ਤੋ ਇਹਦਾ ਮਤਲਬ ਹੈ ਅਸੀਂ ਇੱਕ ਧਿਰੋ ਹੁੰਦੀ ਹੈ ਜਿਹੜੀ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਆਪਣੇ ਮਹਾਨ ਹੋਣ ਦਾ ਢੰਡੋਰਾ ਪਿੱਟਦੀ ਰਹਿੰਦੀ ਹੈ, ਉੱਚੇ ਹੋਣ ਦਾ ਵਿਖਾਵਾ ਕਰਦੀ ਹੈ ਤੇ ਬਹੁ ਗਿਣਤੀ ਮਾਨਸਿਕ ਤੌਰ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਗੁਲਾਮੀ ਵਜੋਂ ਅਡਾਪਟ ਕਰ ਲੈਂਦੀ ਹੈ, ਧਾਰਨ ਕਰ ਲੈਂਦੀ ਹੈ। ਅਸੀਂ ਲੱਖ ਕਹੀਏ ਵੀ ਅਸੀਂ ਕਿਸੇ ਦੇ ਗੁਲਾਮ ਥੋੜ੍ਹੀ ਹਾਂ, ਪਰ ਸੱਚ ਇਹ ਵੀ ਮਾਨਸਿਕ ਤੌਰ 'ਤੇ ਇਹੋ ਜਿਹੀਆਂ ਸੈਂਕੜੇ ਗੁਲਾਮੀਆਂ ਅਸੀਂ ਹੰਢਾਉਂਦੇ ਹਾਂ ਰੋਜ਼, ਹਰ ਪਲ ਆਪਣੇ ਵਿਹਾਰ ਵਿੱਚ, ਹਰ ਪਲ। ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨੇ ਸਾਨੂੰ ਇਸੇ ਕਰਕੇ ਹਰ ਪਲ ਸੁਰਤ ਕਰਕੇ ਚੇਤਨ ਹੋਣ ਦੀ ਪ੍ਰੇਰਨਾ ਕੀਤੀ। ਸੁਰਤ ਕਰਕੇ ਚੇਤਨ ਹੋਣ ਦਾ ਅਰਥ ਹੈ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਜ਼ਿਹਨ ਦੀਆਂ ਸੁਰਤੀ ਨੂੰ ਪਈਆਂ ਹੋਈਆਂ ਇਹ ਜੰਜੀਰਾਂ, ਇਹ ਫਾਹੀਆਂ ਕੱਟੀਏ।
ये औगण ने, कोई गुण नहीं हैं जिन्हां दा मैं जिक्र पहलों किया। तो सबनां नूं सब तो पहलां समान समझिए भी संसार का हर एक प्राणी मात्र एक नूर तो पैदा होया। सारे ही भावें किसी का रंग वखरा है, नस्ल वखरी है, किसी की बोली वखरी है, किसी का पहरावा वखरा है, किसी का मजहब वखरा है, तथा कथित किसी की जात, तथा कथित किसी की बरादरी वखरी है। कोई किसी वखरे खानदान या कुल विच पैदा होया। पहलों तो ये अपने अंदर विश्वास, ये अंदर ख्याल टिकाइए, ये चेतनता पैदा करिए भी हर एक मनुख मात्र मनुख के रूप विच बराबर दी रिस्पैक्ट, बराबर दे सत्कार का अधिकारी है। इन्हां चीज़ां करके किसी दे सत्कार विच फर्क नहीं पैना चाहिए। इन्हां चीज़ां करके एक नूं दूजे नालों नीवां, नीच, होछा ते छोटा नहीं मनना चाहिए। पहली तो गल है। तो फिर उस तो अगला स्टैप है, उस तो अगली जिहड़ी प्रक्रिया है, उस तो अगला जिहड़ा प्रोसैस है चेतनता का, वो ये है भी जदों असीं ये मान लिया फिर असीं मनुख नूं मनुख दे कर्म के आधार उत्ते चंगा जां माड़ा समझिए। जिसका कर्म चंगा है वो चंगा है, जिहदा कर्म माड़ा उहदे कर्म नूं क्रिटिसाइज करो, कर्म सही नहीं, वो अपना कर्म सही करे। तो सतगुरु महाराज की मुबारक बाणी दे विच हुण तुसीं वेखो बाबा रविदास साहब जी का जिहड़ा मैं शब्द आप जी के सन्मुख रखिया, उन्होंने रहाऊ के बंद विच एक शब्द वरत्या, वो कहंदे ने प्राणी क्या मेरा क्या तेरा। इत्थे मेर तेर तो भाव है वितकरेबाजी, भेद भाव जिन्हों आपां कहने। वितकरेबाजी का भाव है भेद भाव, वो जिहड़ा किसी किस्म करके साडे अंदर पैदा होया। वो जिहड़ी वितकरेबाजी, वो जिहड़ा भेद भाव है, मनुख मनुख नूं नीच समझदा है, अछूत समझदा है, नीवा समझदा है, जां मानसिक तौर पर दूजे दे वड्डे होण दी गुलामी अपने अंदर पैदा कर लैंदा है। ये जिहड़ी मेर तेर है, बाणी का एक वाक है, जब किसको ये जानस मंदा तब सगले इस मेले फंदा। किड्डा उत्तम वाक है। सतगुरु कहते जदों तू किसी को नीच समझदा है, नीवा समझदा है, मंदा समझदा है, मिथ लैना है भी मैं इसनूं नीच समझना है, अपने आप तो छोटा गर्दाना, तो तू अपने लिए बहुत सारिया फाइयां पैदा कर लेगा। तू एक जाल बुनदा जा रहा जिहदे विच तू खुद फसदा रहेगा। वो जाल काहदा है? तू हौमे दियां तंदां मेल मेल के हौमे दे जाल विच सदा लई फसे रहण दा प्रबंध करी बैठा। मनी जा, या दूजा अर्थ है भी जे तू मनना किसी को नीच तू अपने आप इहदा दूजे नूं नीच समझण दा, नीवा समझण दा अर्थ ही हुंदा भी मैं उच्चा, होर उहदे पिछे कोई मोटिव नहीं हुंदा। तो दूजी गल यह है भी जे मैं अपने आप नूं दूजे तो सुप्रीम समझना है, दूजे तो उत्तम समझना है, तो समझी बैठा, इहदे नाल की फर्क पैंदा है। सतगुरु महाराज इनू कहते तू फाई मेड़ रहे। तो दूजी गल जब तो सतगुरु कहते ने तब इसको तब सगले इस मेले फंदा, मेर तेर जब इन्हें चुकाई ताते इस संग नहीं बहराई। जे तू अपने मन विचों वितकरेबाजी पैदा जिहड़ी हुई है उन्होंने कढ़ देवें, मेर तेर जब इन्हें चुकाई ताते इस संग नहीं बहराई, फिर तेरा वैरी कोई नहीं संसार च। इनू महाराज इन्हां शब्दों विच बयान करते ने, बिसर गई सब तात। तात का मतलब हुंदा है द्वैश, ईरखा। बिसर गई सब तात पराई। किड्डा सतगुरु महाराज ने जिहड़े शब्दों की चोण है बा कमाल है। शब्द भी अपने आप में बड़ा गहरा अर्थ रखता है। जे शब्द की चोण सही ना होवे बड़ी वड्डी विडंबना पैदा, अर्थ का अनर्थ बन जाता। शब्द स्वाद पैदा कर देंदा है अर्थ नूं प्रगट करके, एक शब्द दूजे शब्द। हुण तात का मतलब हुंदा है जिन्हों असीं बाणी च पैने छाड़ वडाणी तात मूढ़े, इहां बसना रात मूढ़े। तात द्वैश नूं आपां कहने, ईरखा नूं भी कहने।
ਤੇ ਨਾਲ ਸਤਿਗੁਰੂ ਨੇ ਸ਼ਬਦ ਵਰਤਿਆ ਬੈਰਾਈ ਜਾਂ ਬੇਗਾਨੀ। ਇਹਦਾ ਅਰਥ ਹੈ ਬੇਗਾਨੀ, ਦੂਜੇ ਦੇ ਪ੍ਰਤੀ ਦਵੈਸ਼ ਹੋਏਗਾ ਹੀ ਉੱਥੇ ਜਿੱਥੇ ਤੁਸੀਂ ਦੁਜਾਇਗੀ ਪੈਦਾ ਕਰ ਰਹੇ। ਜਿੱਥੇ ਦੁਜਾਇਗੀ ਕੋਈ ਨਹੀਂ ਉੱਥੇ ਦਵੈਸ਼ ਜਨਮ ਹੀ ਨਹੀਂ ਲੈ ਸਕਦਾ। ਉੱਥੇ ਈਰਖਾ ਨੂੰ ਪੈਦਾ ਹੋਣ ਦੀ ਜ਼ਮੀਨ ਨਹੀਂ ਸਪੇਸ ਨਹੀਂ ਮਿਲੇਗੀ। ਬਿਸਰ ਗਈ ਸਭ ਤਾਤ ਪਰਾਈ ਬਗਾਨੀ, ਜਬ ਤੇ ਸਾਧ ਸੰਗਤ ਮੋਇ। ਗੁਰੂ ਕੀ ਕਰਦਾ ਹੈ? ਗੁਰੂ ਸਾਡੇ ਮਨ ਨੂੰ ਮੈਦਾਨ ਕਰਕੇ ਟੋਏ ਟਿੱਬੇ ਬਰਾਬਰ ਕਰ, ਊਚ ਨੀਚ ਦਾ ਭੇਦ ਭਾਵ ਵਿਤਕਰੇਬਾਜ਼ੀ ਦੀ ਜਿਹੜੀ ਬਿਰਤੀ ਤੇ ਸੁਭਾਅ ਹੈ ਉਹ ਸਾਡੇ ਅੰਦਰੋਂ ਮੁਕਾ ਦੇ। ਤੇ ਸਤਿਗੁਰੂ ਮਹਾਰਾਜ ਨੇ ਇਹੀ ਬਚਨ ਅੱਜ ਦੇ ਰਹਾਉ ਵਾਲੇ ਬੰਦ ਵਿੱਚ ਕਿਹਾ। ਕਹਿਣ ਲੱਗੇ, ਹੇ ਪ੍ਰਾਣੀ ਕਾਹਦੀ ਮੇਰ ਤੇਰ ਹੈ। ਤੇ ਮੇਰ ਤੇਰ ਨੂੰ ਖਤਮ ਕਰਨ ਦਾ ਇੱਕ ਹੋਰ ਜੁਗਤ ਭਰਿਆ ਬਿਆਨ ਜਿਹੜਾ ਹੈ, ਉਪਦੇਸ਼ ਜਿਹੜਾ ਉਹ ਦਿੱਤਾ। ਕਹਿਣ ਲੱਗੇ, ਇੱਕ ਸੱਚ ਆਪਣੀ ਸੁਰਤ ਵਿੱਚ ਵਸਾ ਲੈ। ਉਹ ਕੀ? ਜੈਸੇ ਤਰਵਰ ਪੰਖ ਬਸੇਰਾ। ਵੀ ਸਾਡੀ ਇਸ ਜਗਤ ਵਿੱਚ ਜਿਹੜਾ ਵਕਤ ਹੈ ਨਾ, ਸਮਾਂ ਹੈ ਸਾਡੇ ਕੋਲ, ਉਹ ਬੜਾ ਲਿਮਟਡ ਹੈ, ਥੋੜਾ। ਤਰਵਰ ਦਾ ਅਰਥ ਹੁੰਦਾ ਹੈ ਰੁੱਖ, ਪੰਖ ਪੰਖੀ ਨੂੰ ਕਹਿੰਦੇ ਨੇ, ਬਸੇਰਾ ਵਸੇਬਾ। ਜਿੰਨਾ ਕੁ ਸਮਾਂ ਪੰਛੀ ਦਾ ਦਰਖਤ ਉੱਤੇ ਵਸੇਬਾ ਹੈ, ਇੰਨਾ ਕੁ ਵਕਤ ਸਾਡੇ ਕੋਲ ਹੈ ਜੀਵਨ ਦਾ। ਭਾਵ ਬੜੀ ਥੋੜੀ ਜ਼ਿੰਦਗੀ ਹੈ, ਬੜਾ ਥੋੜਾ ਵਕਤ ਹੈ। ਤੇ ਆਰੰਭ ਦੇ ਬਚਨ ਵਿੱਚ ਹੁਣ ਇਸੇ ਨੂੰ ਐਕਸਪਲੇਨ ਕਰਦਿਆਂ ਹੋਇਆਂ ਵੀ ਕਿੰਨਾ ਕੁ ਥੋੜਾ ਵਕਤ ਹੈ, ਕਿੰਨੀ ਕੁ ਪਾਇਆ ਸਾਡੇ ਜੀਵਨ ਦੀ, ਕਿੰਨੀ ਕੁ ਸਮਰੱਥਾ ਹੈ ਸਾਡੇ ਜੀਵਨ ਦੀ, ਉਹਨੂੰ ਬਿਆਨ ਕਰਦਿਆਂ ਕਹਿੰਦੇ ਜਲ ਕੀ ਭੀਤ। ਵੀ ਸਾਡਾ ਇਹ ਜਿਹੜਾ ਸਰੀਰ ਹੈ ਕਾਹਦੀ ਕਿਵੇਂ ਦੀ ਇਹਦੀ ਤਾਕਤ ਹੈ, ਕਿੰਨੀ ਕੁ ਪਾਇਆ ਇਹਦੀ। ਜਲ ਕੀ ਭੀਤ, ਪਾਣੀ ਦੀ ਕੰਧ ਹੈ। ਸਰੀਰ ਦੀ ਰਚਨਾ ਪਾਣੀ ਤੋਂ ਹੋਈ ਨਾ, ਮਾਤਾ ਪਿਤਾ ਦੇ ਸੰਜੋਗ ਤੋਂ, ਜਿਸ ਨੂੰ ਸਤਿਗੁਰੂ ਬਾਣੀ 'ਚ ਕਹਿੰਦੇ ਰਕਤ ਬਿੰਦ ਮਿਲ ਪਿੰਡ ਕਰੇ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰਿਆ ਪਾਰਾ। ਪਾਣੀ ਤੋਂ ਰਚਨਾ ਹੋਈ, ਪਾਣੀ ਦੀ ਕੰਧ ਹੈ ਸਰੀਰ। ਜਲ ਕੀ ਭੀਤ, ਭੀਤ ਕੰਧ ਨੂੰ ਕਹਿੰਦੇ ਨੇ। ਪਵਨ ਕਾ ਥੰਬਾ ਕਹਿੰਦੇ ਨੇ ਥੰਮੀ ਨੂੰ, ਪਿੱਲਰ ਨੂੰ। ਜਿਵੇਂ ਆਪਾਂ ਕੋਈ ਬਿਲਡਿੰਗ ਬਣਾਉਂਦੇ ਹਾਂ, ਕੋਈ ਮਕਾਨ ਉਸਾਰਦੇ ਹਾਂ, ਤਾਂ ਉਹਦੀ ਛੱਤ ਨੂੰ ਸਹਾਰਾ ਦੇਣ ਪਿੱਲਰ ਕੱਢਦੇ ਹਾਂ, ਕੰਧਾਂ 'ਚ ਪਿੱਲਰ ਕੱਢਦੇ ਹਾਂ, ਛੱਤ ਥੱਲੇ ਪਿੱਲਰ ਦਿੰਦੇ ਹਾਂ, ਉਹਦਾ ਸਹਾਰਾ ਹੁੰਦਾ। ਤੇ ਸਾਡੇ ਸਰੀਰ ਨੂੰ ਕਿਹੜੀ ਚੀਜ਼ ਥੰਮੀ ਖਲੋਤੀ ਹੈ? ਸਰੀਰ ਦੌੜ ਰਿਹਾ, ਸਰੀਰ ਬੋਲ ਰਿਹਾ, ਸੁਣ ਰਿਹਾ, ਸੋਚ ਰਹੇ ਹਾਂ, ਭੱਜ ਰਹੇ ਹਾਂ। ਸਰੀਰ ਨੂੰ ਚਲਾ ਕਿਹੜੀ ਚੀਜ਼ ਰਹੀ ਹੈ? ਹਵਾ, ਸਵਾਸ। ਸਾਹਾਂ ਦੀ ਥੰਮੀ ਦੇ ਆਸਰੇ ਦੇ ਉੱਤੇ ਖੜਾ ਹੈ ਸਰੀਰ। ਇਹ ਬਚਨ ਪੰਚਮ ਪਾਤਸ਼ਾਹ ਨੇ ਵੀ ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਫਰਮਾਇਆ। ਉੱਥੇ ਗੁਰੂਦੇਵ ਆਖਦੇ ਨੇ, ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣ ਨਵੰ ਤਾਂ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਨ। ਹਵਾ ਰੂਪੀ ਥੰਮੀ ਦਿੱਤੀ ਹੋਈ ਹੈ, ਸਾਹ ਦੇ ਆਸਰੇ ਤੇ ਖੜਾ ਸਰੀਰ। ਸਾਹ ਆਉਂਦੇ ਰਹਿਣ ਤੇ ਭਾਵੇਂ ਦਹਾਕੇ ਕੱਢ ਜਾਏ, ਗੱਲ ਅੜ ਜਾਏ ਇੱਕ ਸਾਹ ਦੇ ਉੱਤੇ ਤੇ ਹੁਣੇ ਹੀ ਢਹਿ ਢੇਰੀ ਹੋ ਜਾਏ। ਤੋ ਸਤਿਗੁਰੂ ਆਖਦੇ ਨੇ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਇਹ ਜਿਹੜਾ ਪਾਣੀ ਦੀਆਂ ਕੰਧਾਂ ਉਸਰੀਆਂ ਹੋਈਆਂ, ਭਾਵ ਸਰੀਰ ਦੇ ਜਿਹੜੇ ਅੰਗ ਨੇ, ਪਾਣੀ ਤੋਂ ਇਹਨਾਂ ਦੀ ਰਚਨਾ ਹੋਈ। ਰਕਤ ਬੂੰਦ, ਇਹਦਾ ਭਾਵ ਹੈ ਮਾਂ ਕੀ ਰਕਤ, ਖੂਨ। ਤੇ ਬਿੰਦ ਤੋਂ ਭਾਵ ਹੈ ਬੂੰਦ, ਇੱਥੇ ਸ਼ਬਦ ਵਰਤਿਆ, ਇਹਦਾ ਭਾਵ ਹੈ ਵੀਰਜ। ਇਸ ਤੋਂ ਭਾਵ ਹੈ ਵੀ ਮੇਜ ਦਾ ਗਾਰਾ ਲਾ ਕੇ ਸਰੀਰ ਦੀ ਕੰਧਾਂ ਨੂੰ ਲੇਪ ਕੀਤਾ ਹੋਇਆ ਤੇ ਚਮੜੀ ਦਾ। ਫਿਰ ਆਖਦੇ ਹਾਡ ਮਾਸ ਨਾੜੀ ਕੋ ਪਿੰਜਰ। ਹੱਡ ਮਾਸ ਨਾੜੀਆਂ ਦਾ ਇਹ ਪਿੰਜਰ ਹੈ, ਢਾਂਚਾ। ਪਿੰਜਰ ਦਾ ਮਤਲਬ ਹੈ ਢਾਂਚਾ ਸਰੀਰ ਦਾ, ਸਟਰਕਚਰ। ਪੰਖੀ ਬਸੈ ਵਿਚਾਰਾ, ਇਹਦੇ ਵਿੱਚ ਜੀਵ ਆਤਮਾ ਚੇਤਨਾ ਰੂਪ ਪੰਛੀ ਵਸਦਾ ਹੈ। ਤੇ ਪੰਛੀ ਲਈ ਇਹ ਸਦੀਵ ਕਾਲ ਰਹਿਣ ਦਾ ਘਰ ਨਹੀਂ, ਚੇਤੇ 'ਚ ਰੱਖ। ਇਸ ਅੰਦਰ ਦੇ ਪੰਛੀ ਚੇਤਨਾ ਦਾ ਵੀ ਓਨਾ ਕੁ ਹੀ ਸਾਥ ਹੈ ਇਸ ਸਰੀਰ ਦੇ ਪਿੰਜਰ ਨਾਲ, ਢਾਂਚੇ ਨਾਲ, ਸਟਰਕਚਰ ਨਾਲ, ਜਿੰਨਾ ਕੁ ਬਾਹਰ ਤੂੰ ਰੁੱਖ ਦੇ ਉੱਤੇ ਬੈਠੇ ਹੋਏ ਪੰਛੀ ਦਾ ਰੁੱਖ ਨਾਲ ਸਾਥ ਵੇਨਾ, ਬਸ ਉਨੀ ਕੁ ਖੇਡ ਹੈ। ਇਹ ਅੰਦਰ ਦਾ ਪੰਛੀ ਵੀ ਇਸੇ ਤਰ੍ਹਾਂ ਹੀ ਹੈ। ਇਹਨੂੰ ਵੀ ਇੱਕ ਦਿਨ ਉੱਡਣਾ ਪੈਣਾ, ਇਹਨੇ ਵੀ ਉਡਾਰੀ ਮਾਰ ਜਾਣੀ। ਤੋ ਅਗਲੇ ਬੰਦ ਵਿੱਚ ਆਖਦੇ ਨੇ, ਫਿਰ ਤੂੰ ਗੁਮਾਨ ਕਿਹੜੀ ਚੀਜ਼ ਦਾ ਕਰਦਾ ਹੈ?
राखो कंध उसारो नीवा, 3.5 हाथ तेरी सीमा। ठीक है, तू इस संसार दे विच वड्डे महल उसारदा है, मकान उसारदा है, वड्डियां वड्डियां बिल्डिंगां क्रिएट करदा है। ये क्रिएशन हुंदी आई है, हुंदी रहनी। मनुख जिन्ना चिर जीवत है उम्मीदां इच्छावां दे विच जींदा है ते बड़ा कुछ उसारदा, पुराना ढाउंदा है, नवां बनाउंदा रहिंदा है। पर इत्थे सतगुरु का भाव ये नहीं भी तू अपने रहन लई बना ना, पर इत्थे महाराज का भाव कुछ होर है। राखो कंध उसारो। कविता च कई बार की हुंदा है भी लफ्ज़ां की बनावट अगे पिछे हो जाती है। हुण आपां आम सधारण वे विच गल करांगे तो आपां करांगे नी रखो ते कंधां उसारो। इस तरह ही हुंदा है ना भी नी रखो ते कंधां उसारो। इत्थे शब्द वरत्या राखो कंध उसारो नीवा, ते कंधां रखो ते नीवा उसारो। ते जदों कविता के माप तोल नूं सामने रखा जाता है तो शब्दों की बनावट अगे पिछे कर ली जाती है। इसका भाव यही होंदा है भी नीहा रखो ते कंधां उसारो। हे भाई तू नीहा रखदा है, बुनियादां धरदा है ते वड्डियां वड्डियां उच्चियां उच्चियां कंधां उसारदा है। भाव सोहणियां महल माड़ियां बिल्डिंगां तैयार करदा है। पर दूजा पक्ष ते उन्हां बिल्डिंगां उन्हां चीज़ां दा उन्हां महलां दा गुरूर हंकार पाल के तो अपने आप को दूजे तो वड्डा कहना। मनुख मनुख नालों टुट जाता है। पर जे तू अपनी समर्था वाल पायां वाल ध्यान देवें तो पायां तेरी किन्नी कह 3.5 हाथ 3.5 हाथ तेरी सीमा है। सीमा का मतलब सीमा हद। तू सौना होवे तो इन्नी की जगह तेन चाहिए होंदी है, इन्नी की जगह के उत्ते तू एडजस्ट हो जाना है। फिर आखते ने बांके बाल पाग सिर डेरी, ये तन होए गो भस्म की ढेरी। बांके का मतलब होंदा बांके सोहणे, डेरी का मतलब होंदा टेढ़ी। बाबा रविदास साहब जी के समय हालांकि आम सधारण लोग दस्तारां सजाउंदे सन, पर अमीरां दीयां दस्तारां थोड़ियां वक्रे किस्म दीयां हुंदियां सन। तो जेडे अमीर होंदे सन उन्हां दे सामने जदों गरीब जिन्हां नूं अछूत नीवें कहा जाता, जदों वो जांदे सन तो अपनी पग ला लैंदे सन कि सानूं हक नहीं इन्हां दे सामने इस रूप विच दस्तार सजा के बहण दा। भारत दे अज भी कई पिंडां दे विच जिथे जातिवाद का भेदभाव बहुत ज़्यादा है, उत्थे उच्च जाति लोगों का दबदबा है। तो उत्थे विआह के समय लाड़ा पग नहीं बन सकता, घोड़ी ते नहीं चढ़ सकता, बैंड वाजा नहीं वजा सकता, वो अपनी हद तक समझदा। ऐसे मसले अजे भी कई थावें पैदा हो जाते। तो जिहड़ी गल असीं कर रहे बहुत पुरानी, जदों कोई ये मन लवे भी मेरे सिर दे उत्ते सजी हुई दस्तार इंपोर्टेंट है दूजे दी नहीं, तो उन्होंने अपने हंकार का प्रतीक बना लिया। उन्होंने कहते हैं सोहणे वाल टेढ़ी पग, पर ओढ़क नूं तेरा गुरूर तो किसी काम नहीं ना आना। ये तन होए गो भस्म की ढेरी, ये शरीर ने खाकसार हो जाना, स्वाह की ढेरी बन जाना। फिर फरमाउंदे ने ऊचे मंदर सुंदर नारी, राम नाम बिन बाजी हारी। उच्चियां महल माड़ियां सोहनी इस्त्री सोहना परिवार, पर किते ऐसा ना होवे मोह ते गुरूर विच ही सारी जिंदगी भुलिया रहे तो परमेश्वर के नाम बाझों कर्म करके तू जीवन की बाजी हार जाए। कर्म तेरा नीवा ही रह जाए, महल सोहणे हो जाए, कर्म नीवा रह जाए। सुहपण केवल बाहर का ही रह जाए, अंदर का कोझापन तेरा परमेश्वर की याद तो बिना बनया ही रवे, इनू तू दूर ही ना कर सके, इनू भी दूर कर। फिर अखीर ते फरमाउंदे ने मेरी जात कमीनी पांत कमीनी ओछा जन्म हमारा। ख्याल रहे जदों भगत जी कहना मेरी जात कमीनी, तेरा भाव ये नहीं भी उन्होंने अफसोस है भी मैं चमड़े की किरत करने वालियां दे घर क्यों पैदा होया। उन्होंने पात भी किया, जन्म भी किया। भगत दे बाणी विच आखदे ने कबीर मेरी जात को सबको हसने हार, बलिहारी इस जात को जे जप्यो सिरजनहार। बाबा कबीर साहब इत्थे उस जात की नहीं, इत्थे जात का मतलब है मेरी बनावट, मेरे जीवन की बनावट नीवी है। भाव मैं अपना जीवन तेरी याद तो बिना जिहड़ा जीवन उसार लिया वो बड़ा माड़ा है।
तेरी याद तो बिना जिहड़ा कुल दा गुमान है ये मेरा बहुत माड़ा गुमान है, इस करके मेरा कुल दा दावा भी कुछ है। फिर आखते ने ओछा जन्म हमारा, मेरा सारा जन्म जिहड़ा तेरी याद तो बिना जिहड़ा जन्म है वो ओछा नीवा है। इस करके तुम शरणागत राजा रामचंद कह रविदास चमारा। इत्थे रामचंद शब्द तो कई लोगों ने यह भाव कढ़ना शुरू किया भी बाबा रविदास साहब अयोध्यापति, लंका जेतू, रामायण के नायक रामचंद्र जी के शायद भगत ने। पर चेते विच रखिए भगत रविदास जी अपनी बाणी च माधो शब्द बहुत वार वरतते हैं। भारतीय परंपरा विच एक अवतार का पुजारी उस अवतार नाल वरते जाने वाले शब्द दूजे अवतार नाल कदे नहीं वरतदा। माधो शब्द जिहड़ा वो कृष्ण के पुजारी कृष्ण जी लिए वरतते हैं। भगत रविदास जी एक अकाल पुरख के पुजारी ने, किसी देवी देवते या किसी अवतार दे नहीं, वो अवतारवाद के प्रभाव तो मुक्त ने। उन्हां लई राजा कौन है? जिहदा सारी खलकत दे उत्ते राज है, सारी खलकत उत्ते जो सदीव काल का राजा है वो कौन है? जिसनों बाबा कबीर साहब ने कहा कोऊ हार समान नहीं राजा। राम तो भाव है रमया होया, जिसनों कबीर साहब ने कहा राम कहन मैं भेद है ता मैं एक विचार। चंद तो भाव है प्रकाश स्वरूप, हे प्रकाश स्वरूप सर्व व्यापक सारी कायनात ते हुक्म चलाउण वाले परमेश्वर जी, मैं तुहाडी शरण विच हाँ ते मैं ये गल चमड़े की किरत करन वाला रविदास आखदा हाँ। वो अपनी किरत नूं बड़े माण नाल वेखदे हैं, नीवा नहीं मनदे, भेदभाव की विरोधता करते हैं, वितकरेबाजी की विरोधता करते हैं। पर किरत जिहड़ी है संसार में कोई भी माड़ी नहीं, बस शर्त है कि उस किरत का मुल पैंदा होवे। साहब सतगुरु रहमत करन। महाराज का ये उपदेश साडे सबना दे मन हिरदे का शिंगार बने। सतगुरु होइयां भुल्लां चुकां दी खिमा बख्शण। अदब सैद गुरु फतेह नाल सांझ बनाओ। वाहिगुरु जी का खालसा, वाहिगुरु जी की फतेह।